नमस्कार, सत श्री अकाल। डे नाइट न्यूज़ ਦੇ ਜਾਗੋ ਪੰਜਾਬ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ। ਸਾਨੂੰ ਦੇਖ ਰਹੇ ਨਾਰਥ ਅਮਰੀਕਾ ਦੇ ਗਲੋਬਲ ਪੰਜਾਬ ਅਤੇ ਯੂਰਪ ਦੇ ਸੰਗਤ ਟੀਵੀ ਦੇ ਦਰਸ਼ਕਾਂ ਦਾ ਵੀ ਅਸੀਂ ਸਵਾਗਤ ਕਰਦੇ ਹਾਂ। ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦਾ ਇੱਛੁਕ ਹਰ ਸਿੱਖ ਹੁੰਦਾ ਹੈ। ਇਹੀ ਇੱਛਾ ਵਿਦੇਸ਼ਾਂ ਵਿੱਚ ਵਸਦੇ ਸਿੱਖ ਵੀ ਰੱਖਦੇ ਨੇ। ਪਰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾ ਹੋਵੇ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਾਲ 5 ਅੰਮ੍ਰਿਤਧਾਰੀ ਸਿੱਖਾਂ ਦਾ ਹੋਣਾ ਜ਼ਰੂਰੀ ਹੈ। ਪਰ ਕੀ ਵਿਦੇਸ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਜਾਣ ਲਈ ਇਹ ਵਾਧੂ ਖਰਚਾ ਨਹੀਂ ਹੈ ਕਿ ਵਿਦੇਸ਼ਾਂ ਵਿੱਚ ਬੈਠਾ ਹਰ ਸਿੱਖ 5 ਸਿੰਘ ਸਾਹਿਬਾਨਾਂ ਦੇ ਪਾਸਪੋਰਟ ਅਤੇ ਟਿਕਟ ਦਾ ਖਰਚਾ ਚੁੱਕ ਸਕਦਾ ਹੈ ਕਿ ਇਸ ਕਾਰਨ ਉਹ ਆਪਣੇ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਤੋਂ ਵਾਂਝੇ ਨਹੀਂ ਰਹਿ ਜਾਣਗੇ। ਇਸ ਮੁੱਦੇ ਤੇ ਚਰਚਾ ਕਰਨ ਲਈ ਅੱਜ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਕੇਂਦਰੀ ਸਿੰਘ ਸਭਾ ਚੰਡੀਗੜ੍ਹ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਗੁਰਪ੍ਰੀਤ ਜੀ। ਗੁਰਪ੍ਰੀਤ ਜੀ, ਸਭ ਤੋਂ ਪਹਿਲਾਂ ਇਹ ਦੱਸੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਹੁੰਦੇ ਉਹਨਾਂ ਦੇ ਨਾਲ ਕੀ 5 ਸਿੰਘ ਸਾਹਿਬਾਨਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਕਿ ਇਸ ਤੋਂ ਬਿਨਾਂ ਬੇਅਦਬੀ ਹੋ ਜਾਂਦੀ ਹੈ? ਮੈਂ ਤਾਂ ਦੇਖੋ ਜੀ 84 ਤੋਂ ਪਹਿਲਾਂ ਜਾਂ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਜਦੋਂ ਵੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਅਸੀਂ ਲੈ ਕੇ ਜਾਂਦੇ ਸੀਗੇ, ਉਹ ਬਕਾਇਦਾ SGPC ਤੋਂ ਹੀ ਇੱਕ ਵੁਡਨ ਬਾਕਸ ਦੇ ਵਿੱਚ ਪੈਕ ਹੋ ਕੇ ਦਿੰਦੇ ਸੀ। ਸਿੱਖ ਆਪਣੇ ਘਰਾਂ ਜਾ ਕੇ ਆਪਣੀ ਡਿਵੋਸ਼ਨ ਨਾਲ, ਆਪਣੀ ਮਰਿਆਦਾ ਨਾਲ ਉਹਨਾਂ ਦਾ ਪ੍ਰਕਾਸ਼ ਕਰਦੇ ਸੀਗੇ ਤਾਂ ਕਿ ਉਹ ਗੁਰੂ ਦੀ ਬਾਣੀ ਤੋਂ ਵਾਂਝੇ ਨਾ ਰਹਿ ਜਾਣ। ਇਹ ਹੁਣ ਕਦੋਂ ਇਹ ਚਰਚਾ ਚੱਲੀ, ਕਦੋਂ ਇਹ ਬਦਲਾਵ ਆਇਆ ਹੈ, ਐਗਜ਼ੈਕਟਲੀ ਕਦੋਂ ਹੋਇਆ, ਆਈ ਡੂ ਨਾਟ ਨੋ। ਮਗਰ ਮੇਰੇ ਹਿਸਾਬ ਨਾਲ ਇਹ ਇੱਕ ਦੇਖੋ ਮਰਿਆਦਾ 2 ਹਿੱਸਿਆਂ 'ਚ ਹੈ। ਇੱਕ ਹੈ ਡਿਵੋਸ਼ਨ ਤੇ ਲਵ ਦੀ, ਤੇ ਦੂਜੀ ਹੈ ਸੰਸ ਦੀ ਜਿਹੜੀ ਇਹ ਖੇਡ ਪੈਦਾ ਕਰਦੀ ਹੈ ਰਿਚੁਅਲਿਜ਼ਮ ਦੀ। ਇਹਦੇ ਨਾਲ ਫੈਲਾਓ ਜਿਹੜਾ ਹੈਗਾ ਉਹ ਸਿੱਖੀ ਦਾ ਉਹਨੂੰ ਢਲ ਪੈ ਰਹੀ ਹੈ। ਸੋ ਇਹ ਜਿਹੜਾ ਸਟੈਪ ਹੈ, ਅਗਰ ਇਹ ਸਟੈਪ ਨੂੰ ਚੱਕਣਾ ਵੀ ਸੀਗਾ, ਲੈਟ ਅਸ ਸੇ ਕਿ ਵੀ 5 ਜਾਣਗੇ ਜੀ ਤੇ ਤੁਹਾਡੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਉਣਗੇ ਘਰੇ ਜਾ ਕੇ, ਤੇ ਇਹ ਸਾਰੀ ਚੀਜ਼ਾਂ ਕੌਮ ਨੂੰ ਡਿਸਕਸ ਕਰਕੇ ਹੋਣੀਆਂ ਚਾਹੀਦੀਆਂ ਨੇ। ਇਟ ਸ਼ੁੱਡ ਨਾਟ ਬੀ ਲੈਫਟ ਟੂ SGPC ਜਾਂ ਕੋਈ ਹੋਰ। ਇਹ ਸਾਰੇ ਚਰਚਾ ਵਿਸ਼ੇ ਬਣਦੇ ਨੇ ਇੱਕ ਸਰਬਤ ਖਾਲਸਾ ਦੇ, ਤੇ ਉੱਥੇ ਇਹ ਸਾਰੀ ਚੀਜ਼ਾਂ ਡਿਸਕਸ ਹੋਣ ਕਿ ਆਇਆ ਕਿ ਇਹ ਸਟੈਪ ਕਿਉਂ ਚੱਕਿਆ ਜਾਣਾ ਚਾਹੀਦਾ ਹੈ, ਵਾਟ ਇਜ਼ ਦਾ ਰੈਸ਼ਨਲ ਬਿਹਾਈਂਡ ਇਟ। ਕਿਉਂਕਿ ਜਿੱਦਾਂ ਮੈਂ ਹੁਣ ਸਮਝਦਾ, ਮੇਰੇ ਹਿਸਾਬ ਨਾਲ ਇਹ ਇੱਕ ਰੈਟਰੋਗ੍ਰੇਡ ਸਟੈਪ ਹੈ। ਤੁਸੀਂ ਗੁਰੂ ਦੀ ਬਾਣੀ ਜਿਹੜੀ ਹੈ, ਸ਼ਬਦ ਗੁਰੂ ਹੈ, ਤੁਸੀਂ ਉਹਨੂੰ ਸੰਕੋਚ ਰਹੇ ਹੋ, ਤੁਸੀਂ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਹੋ। ਜਿਹੜਾ ਬੰਦਾ ਸ਼ਰਧਾ ਦੇ ਨਾਲ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ, ਅੱਜ ਦੀ ਡੇਟ ਵਿੱਚ ਉਹ ਹੈਂਡੀਕੈਪ ਫੀਲ ਕਰਦਾ ਹੈ ਜੀ। ਹਾਂਜੀ, ਤੇ ਬਿਲਕੁਲ ਗੁਰਪ੍ਰੀਤ ਜੀ, ਜਿਵੇਂ ਹੁਣੇ ਜਿਹੜਾ ਮਾਮਲਾ ਅੱਜ ਕੱਲ੍ਹ ਉੱਠਿਆ ਹੋਇਆ ਕਿ ਚਰਨਜੀਤ ਸਿੰਘ ਜੋ ਕਿ ਅਮਰੀਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 4 ਸਰੂਪ ਲੈ ਕੇ ਜਾ ਰਹੇ ਸਨ ਆਪਣੇ ਰਿਸ਼ਤੇਦਾਰਾਂ ਦੇ ਵਾਸਤੇ, ਪਰ ਉਹਨਾਂ ਨੂੰ ਰਾਹ ਵਿੱਚ ਹੀ ਰੋਕ ਲਿਆ ਗਿਆ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਨਾਲ 5 ਅੰਮ੍ਰਿਤਧਾਰੀ ਸਿੰਘ ਨਹੀਂ ਲਏ ਤੇ ਇਹਨਾਂ ਤੇ ਕੇਸ ਦਰਜ ਹੋਣਾ ਚਾਹੀਦਾ ਹੈ। ਅਕਾਲ ਤਖਤ ਵੱਲੋਂ ਇਹ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਕਿੱਥੋਂ ਤੱਕ ਇਹ ਠੀਕ ਹੈ? ਮੈਂ ਤਾਂ ਕੱਲ੍ਹ ਹੀ ਰਾਤ ਕਿਸੇ ਇੱਕ ਵਿਦਵਾਨ ਨਾਲ ਗੱਲ ਕਰ ਰਿਹਾ ਸੀਗਾ, ਲੇਖਕ ਵੀ ਹੈਗੇ। ਉਹਨਾਂ ਨੇ ਮੈਨੂੰ ਦੱਸਿਆ ਕਿ ਗਿਆਨੀ ਜੋਗਿੰਦਰ ਸਿੰਘ ਜਦੋਂ ਅਕਾਲ ਤਖਤ ਦੇ ਮੁੱਖ ਸੇਵਾਦਾਰ ਸੀਗੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ, ਤੇ ਉਹਨਾਂ ਨੇ ਉਹ ਵੀ ਇੱਕ ਸਰੂਪ ਇੰਗਲੈਂਡ ਲੈ ਕੇ ਗਏ, ਤੇ ਉਹਨਾਂ ਨੂੰ ਚਿੱਠੀ ਵੀ ਲਿਖੀ ਹੈ ਤਦ ਦੀ ਕਿ ਜੀ ਤੁਸੀਂ ਦੱਸੋ ਕਿ ਤੁਹਾਡੇ ਨਾਲ ਕਿਹੜੇ ਸਿੰਘ ਨਾਲ ਸੀਗੇ, ਤੁਸੀਂ ਜਦੋਂ ਹਵਾਈ ਜਹਾਜ਼ 'ਚ ਗਏ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕਿੱਥੇ ਕਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੀਗੇ ਉਸ ਟਾਈਮ, ਹੋਲਡ 'ਚ ਸੀਗੇ, ਕਾਰਗੋ ਹੋਲਡ 'ਚ, ਜਾਂ ਉਤਲਾ ਜਿਹੜਾ ਬੈਗੇਜ ਹੈਗਾ ਰੈਕ ਉਹਦੇ ਵਿੱਚ, ਜਾਂ ਤੁਸੀਂ ਆਪਣੇ ਗੋਦੀ ਵਿੱਚ ਰੱਖੇ ਸੀਗੇ, ਤੇ ਹੋਰ ਕਿਹੜੇ ਸਿੰਘ ਤੁਹਾਡੇ ਨਾਲ ਸੀਗੇ। ਅੱਜ ਤੱਕ ਉਸ ਚਿੱਠੀ ਦਾ ਜਵਾਬ ਨਹੀਂ ਆਇਆ। ਇਸ ਬੰਦੇ ਨੇ ਮੈਨੂੰ ਕੱਲ੍ਹ ਰਾਤ ਹੀ ਦੱਸੀ ਗੱਲ। ਸੋ ਵਾਟ ਆਈ ਐਮ ਸੇਇੰਗ ਇਜ਼ ਕਿ ਇਹ ਸਾਰੀ ਜਿਹੜੀ ਚੀਜ਼ਾਂ ਨੇ ਨਾ, ਇਹਨਾਂ ਦੀ ਪ੍ਰੈਕਟੀਕੈਲਿਟੀ ਕੀ ਹੈ। ਹੁਣ ਇਹ ਜਿਹੜਾ ਬੰਦਾ ਜਾ ਰਿਹਾ ਬਾਹਰ, ਜਿਹਦੇ ਮਨ ਦੇ ਵਿੱਚ ਸ਼ਰਧਾ ਹੈ, ਜਿਹਦੇ ਰਿਸ਼ਤੇਦਾਰਾਂ ਦੇ ਵਿੱਚ ਇਹ ਸ਼ਰਧਾ ਹੈ ਕਿ ਜੀ ਅਸੀਂ ਭਾਵਨਾ ਹੈ ਕਿ ਜੀ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰਾਂ 'ਚ ਕਰੀਏ। ਹੁਣ ਤੁਸੀਂ ਇਹਨੂੰ ਕਹੋ ਕਿ ਜੀ ਤੁਸੀਂ 5 ਸਿੰਘ ਨਾਲ ਲੈ ਕੇ ਜਾਓ, ਉਹਦਾ ਖਰਚਾ ਕੌਣ ਬੇਅਰ ਕਰੂਗਾ? SGPC ਕਰੂਗੀ। ਜੇ SGPC ਕਰੂਗੀ ਤਾਂ SGPC ਦਾ ਆਪਣਾ ਪੈਸਾ ਤਾਂ ਹੈ ਨਹੀਂ, ਸੰਗਤ ਦਾ ਪੈਸਾ ਹੈ। ਸੋ ਇਹ ਸਾਰੀ ਜਿਹੜੀ ਚੀਜ਼ਾਂ ਨੇ, ਅਗੇਨ ਮੈਂ ਤੁਹਾਨੂੰ ਫਿਰ ਤੋਂ ਮੈਂ ਇਹਨਾਂ ਸਾਰਿਆਂ ਬੰਦਿਆਂ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਵੀ ਡਿਸੀਸ਼ਨ ਲੈਣਾ ਹੈ, ਗੁਰੂ ਸਾਹਿਬ ਨੇ ਸਾਨੂੰ ਇੱਕ ਡਾਇਨਾਮਿਕ ਫਿਲਾਸਫੀ ਦਿੱਤੀ ਹੈ, ਨਾ ਕਿ ਇੱਕ ਸਟੈਟਿਕ ਫਿਲਾਸਫੀ। ਤੇ ਅਗਰ ਕੋਈ ਵੀ ਚੀਜ਼ਾਂ ਅਸੀਂ ਸਮਝਦੇ ਹਾਂ ਕਿ ਵੀ ਕੌਮ ਦੇ ਹਿੱਤ 'ਚ ਹੋਣੀਆਂ ਚਾਹੀਦੀਆਂ ਨੇ, ਵਾਟ ਐਵਰ ਦ ਰੀਜ਼ਨਸ, ਇਹ ਤਾਂ ਆਈ ਡੂ ਨਾਟ ਬਿਲੀਵ ਕਿ ਵੀ ਇਹ ਕੌਮ ਦੇ ਹਿੱਤ 'ਚ ਹੈ। ਕਿਉਂਕਿ ਅਸੀਂ ਗੁਰੂ ਦੀ ਜਿਹੜੀ ਬਾਣੀ ਹੈ ਉਹਨੂੰ ਅਸੀਂ ਆਪਣੇ ਕੋਲ ਹੀ ਰੱਖਣਾ ਚਾਹੁੰਦੇ ਹਾਂ। ਦੁਨੀਆ ਦੇ ਵਿੱਚ ਇਹਦਾ ਫੈਲਾਅ ਨਹੀਂ ਹੋਏਗਾ। ਤੇ ਇਹ ਆਈ ਡੋਂਟ ਥਿੰਕ ਕਿ ਆਹ ਜਿਹੜਾ ਸਟੈਪ ਹੈ ਜਿਹੜਾ ਹੈਗਾ ਕਿ ਜੀ 5 ਸਿੰਘ ਹੀ ਜਾਣਗੇ ਤੇ ਤਾਂ ਹੀ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਪਣੇ ਘਰ 'ਚ ਕਰ ਸਕਦੇ ਹੋ। ਮੇਰੇ ਹਿਸਾਬ ਨਾਲ ਇਹ ਡੈਫੀਨਿਟਲੀ, ਲਾਈਕ ਆਈ ਰਿਪੀਟਡ ਬਿਫੋਰ, ਕਿ ਰੈਟਰੋਗੇਟ ਸਟੈਪ ਹੈ
ਇਹਦੇ ਨਾਲ ਗੁਰੂ ਦੀ ਬਾਣੀ ਜਿਹੜੀ ਹੈ, ਗੁਰੂ ਦਾ ਸ਼ਬਦ ਜਿਹੜਾ ਹੈ, ਗੁਰੂ ਦਾ ਮੈਸੇਜ ਜਿਹੜਾ ਹੈ, ਉਹ ਦੁਨੀਆ ਭਰ ਦੇ ਵਿੱਚ ਫੈਲਣ ਦੀ ਬਜਾਏ ਉਹ ਆਪਣੇ ਕੋਲ ਹੀ ਰਹਿ ਕੇ, ਸਾਡੇ ਕੋਲ ਹੀ ਰਹਿ ਕੇ ਤੇ ਰਹਿ ਜਾਊਗਾ। ਜੀ ਬਿਲਕੁਲ, ਇਸੇ ਤਰ੍ਹਾਂ ਜਿਵੇਂ ਜੇ 5 ਸਿੰਘ ਸਾਹਿਬਾਨ ਨਾਲ ਜਾਣਗੇ ਤਾਂ ਉਹਨਾਂ ਦਾ ਪਾਸਪੋਰਟ ਦਾ ਖਰਚਾ ਤੇ ਫਿਰ ਉਹਨਾਂ ਦੀ ਰਿਟਰਨ ਟਿਕਟ ਦਾ ਖਰਚਾ ਉਹ ਤਾਂ ਮੈਂ ਕਹਿ ਰਿਹਾ ਕਿ ਉਹ ਹੁਣ ਕੋਈ ਇੰਡੀਵਿਜੂਅਲ ਤੇ ਬੇਅਰ ਨਹੀਂ ਕਰੇਗਾ, ਸੋ ਹੂ ਵਿਲ ਬੇਅਰ ਇਟ। ਤੇ ਜਿੰਨੇ ਵੀ ਬੇਅਰ ਕਰਨਾ ਹੈ, ਤੇ ਯੂ ਕੈਨ ਇਮੇਜਿਨ ਦੀ ਕੌਮ ਦਾ ਜਿਹੜਾ ਸਰਮਾਇਆ, ਕਿਉਂਕਿ ਕੌਮ ਦਾ ਹੀ ਸਰਮਾਇਆ ਹੋਏਗਾ, ਕਿ ਹਾਊ ਵਿਲ ਦੈਟ ਐਂਡ ਵਾਟ ਇਜ਼ ਦੀ ਪਰਪਸ ਆਫ ਇਟ। ਮਤਲਬ ਇਹ ਸਮਝਦੇ ਨੇ ਕਿ ਵੀ ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਚਾਹੁੰਦਾ ਹੈ, ਉਹ ਜ਼ਰੂਰ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰੂਗਾ। ਇਹ ਕੌਣ ਬੰਦੇ ਹੁੰਦੇ ਨੇ ਦੱਸਣ ਵਾਲੇ ਕਿ ਜੀ ਤੁਹਾਡੇ ਮਨ ਵਿੱਚ ਕਿੰਨੀ ਸ਼ਰਧਾ ਹੈ ਗੁਰੂ ਸ਼ਬਦ ਦੇ ਪ੍ਰਤੀ। ਸੋ ਹੁਣ ਮੈਂ ਇਹ ਕਹਿੰਦਾ ਕਿ ਵੀ ਸ਼ਬਦ ਨੂੰ ਪਛਾਣੋ ਤੁਸੀਂ। ਸਾਡਾ ਗੁਰੂ ਸ਼ਬਦ ਹੈ, ਸ਼ਬਦ ਗੁਰੂ ਸੁਰਤ ਤੁਨ ਚੇਲਾ। ਅਸੀਂ ਸੁਣਦੇ ਹਾਂ, ਸ਼ਬਦ ਇਜ਼ ਆਵਰ ਗੁਰੂ। ਤੇ ਸਾਨੂੰ ਇਹ ਹੋਣਾ ਚਾਹੀਦਾ ਕਿ ਵੀ ਅਸੀਂ ਵੀ ਸ਼ੁੱਡ ਬੀ ਏਬਲ ਟੂ ਨਾਟ ਗੈਟ ਇਨਟੂ ਦਿਸ ਰਿਚੁਅਲਿਸਟਿਕ ਥਿੰਗ। ਹੁਣ ਗੁਰੂ ਗ੍ਰੰਥ ਸਾਹਿਬ ਨੂੰ ਤਾਂ ਅਸੀਂ ਸਿਰਫ ਦੇਹ ਬਣਾ ਕੇ ਆਲਮੋਸਟ ਕਰਤਾ ਹੈ। ਤੁਸੀਂ ਗੁਰਦੁਆਰੇ 'ਚ ਵੀ ਚਲੇ ਜਾਓ, ਲੋਕੀ ਸਿਰਫ ਜਾ ਕੇ ਪਰਿਕਰਮਾ ਕਰਕੇ ਤੇ ਬਾਹਰ ਆ ਜਾਂਦੇ ਨੇ। ਸ਼ਬਦ ਨੂੰ ਤਾਂ ਕੋਈ ਪੜ੍ਹਦਾ ਵੀ ਨਹੀਂ, ਨਾ ਹੀ ਕੋਈ ਸਮਝਦਾ। ਸੋ ਅਸੀਂ ਕੀ ਵਾਟ ਆਰ ਵੀ ਅਚੀਵਿੰਗ? ਅਸੀਂ ਤਾਂ ਮਤਲਬ ਵੀ ਹੈਵ ਗੋਨ ਅਵੇ ਫਰੋਮ ਦੀ ਐਸੈਂਸ ਆਫ ਜਿਹੜਾ ਸਾਨੂੰ ਜਿਹੜਾ ਦਾ ਮੂਲ ਸਾਰ ਤੱਤ ਸੀਗਾ ਬਾਣੀ ਦਾ, ਜਿਹੜਾ ਗਿਆਨ ਹੈ, ਉਹ ਤੋਂ ਤਾਂ ਆਪਾਂ ਵਾਂਝੇ ਹੋ ਗਏ ਤੇ ਅਸੀਂ ਹੁਣ ਇਹਨਾਂ ਕਰਮ ਕਾਂਡਾਂ 'ਚ ਹੀ ਰਹਿ ਗਏ। ਬਿਲਕੁਲ, ਸਿੱਖ ਰਹਿਤ ਮਰਿਆਦਾ ਦੀ ਗੱਲ ਹੋ ਰਹੀ ਹੈ ਇੱਥੇ ਕਿ ਇਹ ਸਭ ਚੀਜ਼ਾਂ ਸਿੱਖ ਰਹਿਤ ਮਰਿਆਦਾ ਦੇ ਹੇਠ ਆਉਂਦੀਆਂ ਨੇ ਕਿ 5 ਸਿੰਘ ਸਾਹਿਬਾਨ ਹੋਣ ਜਾਂ ਫਿਰ ਹੋਰ ਚੀਜ਼ਾਂ ਜਿਹੜੀਆਂ ਦੱਸ ਰਹੇ ਨੇ। ਜਿਹੜੀ ਤਾਂ ਮੇਰੇ ਹਿਸਾਬ ਨਾਲ ਜਿਹੜੀ ਗੱਲ ਹੈਗੀ, ਕਿਉਂਕਿ ਇਹ ਤਾਂ ਹੋ ਨਹੀਂ ਸਕਦਾ, ਕਿਉਂਕਿ 84 ਤੋਂ ਪਹਿਲਾਂ ਤੇ ਇਹ ਚੀਜ਼ ਬਿਲਕੁਲ ਨਹੀਂ ਸੀਗੀ। ਹੁਣ ਇਹ ਅਗਰ ਰਹਿਤ ਮਰਿਆਦਾ ਦੇ ਵਿੱਚ ਅਗਰ ਕੋਈ ਤਬਦੀਲੀ ਹੋਈ ਹੈ ਤੇ ਫਿਰ ਕੌਣ ਹੁੰਦੇ ਨੇ ਇਹ ਲੋਕ ਕਰਨ ਵਾਲੇ, ਵਿਦਆਊਟ ਟੇਕਿੰਗ ਦ ਫੁੱਲ ਸਿੱਖ ਨੇਸ਼ਨ ਇਨਟੂ ਕੌਨਫੀਡੈਂਸ। ਸੋ ਅਗਰ ਕੋਈ ਰਹਿਤ ਮਰਿਆਦਾ 'ਚ ਕੋਈ ਤਬਦੀਲੀ ਵੀ ਕਰਨੀ ਹੈ ਤੇ ਤੁਸੀਂ ਸਾਰਿਆਂ ਨੂੰ ਇਕੱਠੇ ਬਿਠਾ ਕੇ ਤੇ ਤੁਸੀਂ ਉਹਨਾਂ ਸਾਰਿਆਂ ਦੇ ਰਾਏ ਲਓ ਕਿ ਵੀ ਇਹ ਚੀਜ਼ ਅਸੀਂ ਕਰਨ ਲੱਗੇ ਹਾਂ, ਇਹ ਆਇਆ ਕਿ ਸਿੱਖ ਕੌਮ ਦੇ ਹਿੱਤ 'ਚ ਹੈ ਜਾਂ ਉਹਦੇ ਉਲਟ ਹੈ, ਤੇ ਤੁਸੀਂ then you take a decision. You are nobody to take a decision for the full Sikh community sitting in Punjab, ਕਿਉਂਕਿ ਸਿੱਖ ਹੁਣ ਅੱਜ ਦੀ ਡੇਟ 'ਚ ਥਾਂ ਤੇ ਵਸਦਾ ਹੈ ਰੱਬ ਦੀ ਮਿਹਰ ਨਾਲ। ਸੋ ਤੁਸੀਂ ਆਪਣਾ ਫੈਸਲਾ ਨਹੀਂ ਸਾਰਿਆਂ ਤੋਂ ਉੱਤੇ ਇੱਦਾਂ ਠੋਕ ਸਕਦੇ। ਜੇ ਆਪਾਂ ਸਿੱਖ ਇਤਿਹਾਸ ਵੱਲ ਵੀ ਝਾਤ ਮਾਰੀਏ ਤਾਂ ਪਹਿਲੇ ਜਿਹੜੇ ਸਿੱਖ ਹੁੰਦੇ ਸੀ, ਜਦੋਂ ਯੁੱਧ ਵਗੈਰਾ ਚੱਲਦੇ ਹੁੰਦੇ ਸੀ, ਉਹ ਜੰਗਲਾਂ ਦੇ ਵਿੱਚ ਵੀ ਜਾ ਕੇ ਵਸਦੇ ਸੀ, ਫਿਰ ਵੀ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੇ ਸਨ, ਆਪਣੇ ਨਾਲ ਉਹਨਾਂ ਦੀਆਂ ਬੀੜਾਂ ਲੈ ਕੇ ਚੱਲਦੇ ਸਨ। ਤੇ ਉੱਥੇ ਵੀ ਫਿਰ ਉੱਥੇ ਬੇਅਦਬੀ ਦੀ ਗੱਲ ਦੇਖੀ ਜਾਏ ਤਾਂ, ਕਿਉਂਕਿ ਉਹ ਵੀ ਘੋੜਿਆਂ ਤੇ ਸਵਾਰ ਹੋ ਕੇ ਚੱਲਦੇ ਸੀ। ਇਹ ਤੇ ਸਾਰੇ ਲੋਕੀ ਕਹਿੰਦੇ ਨੇ ਕਿ ਪੁਰਾਤਨ ਸਿੱਖ ਸੀਗੇ। ਮੈਂ ਇਹੀ ਗੱਲ ਕਰਨ ਲੱਗਾ ਸੀਗਾ ਕਿ ਦੇਖੋ ਘੋੜਿਆਂ ਦੀ ਕਾਠੀਆਂ ਉੱਤੇ ਉਹ ਚੱਲਦੇ ਸੀਗੇ, ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨਾਲ ਹੁੰਦੇ ਸੀ। ਇਹ ਵੀ ਸੁਣ 'ਚ ਆਇਆ ਕਿ ਉਹ ਜਦੋਂ ਜੰਗਲਾਂ 'ਚ ਹੁੰਦੇ ਸੀਗੇ ਤੇ ਗੁਰੂ ਗ੍ਰੰਥ ਸਾਹਿਬ ਦੀ ਬੀੜਾਂ ਨੂੰ ਉਹ ਪੇੜਾਂ 'ਚ ਛੱਡ ਕੇ ਚਲੇ ਜਾਂਦੇ ਸੀਗੇ। ਜਦੋਂ ਫਿਰ ਇਕੱਠੇ ਹੁੰਦੇ ਸੀਗੇ ਕਿ ਚਲੋ ਜੀ ਅਗਰ ਸਾਨੂੰ 48 ਘੰਟੇ ਮਿਲੇ ਨੇ, ਅਸੀਂ ਅਖੰਡ ਪਾਠ ਦਾ ਪਾਠ ਕਰ ਲਈਏ, ਕਿਉਂਕਿ ਉੱਦਾਂ ਦੇ ਨਿਤਨੇਮ ਹੀ ਸੀਗੇ, ਟਾਈਮ ਨਹੀਂ ਹੁੰਦਾ ਸੀਗਾ। ਸੋ ਇਹ ਐਂਡ ਹੁਣ ਵੀ ਵਰਲਡ ਵਾਰ 2 ਵਰਲਡ ਵਾਰ 1 ਵਿੱਚ ਬਥੇਰੀਆਂ ਫੋਟੋਆਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖ ਟਰੂਪਸ ਨੇ ਹੈਵ ਕੈਰੀਡ ਹਿਮ, ਗੁਰੂ ਗ੍ਰੰਥ ਸਾਹਿਬ ਜੀ ਇਨਟੂ ਬੈਟਲ। ਹੁਣ ਤੁਸੀਂ ਕਹੋਗੇ ਕਿ ਉਹਨਾਂ ਦੇ ਵਿੱਚ ਸ਼ਰਧਾ ਘੱਟ ਹੈਗੀ, ਉਹਨਾਂ ਦੇ ਵਿੱਚ ਗੁਰੂ ਦੇ ਪ੍ਰਤੀ ਭਾਵਨਾ ਤੇ ਸ਼ਰਧਾ ਘੱਟ ਹੈਗੀ, ਉਹ ਬੜੇ ਜਾਂ ਉਹ ਇਹਨਾਂ ਤੋਂ ਘੱਟ ਸਿੱਖ ਸੀਗੇ। ਸੋ ਮੇਰੇ ਹਿਸਾਬ ਨਾਲ ਇਹ ਸਾਰੀ ਜਿਹੜੀ ਚੀਜ਼ਾਂ ਨੇ ਨਾ ਜੀ, ਇਹ ਮਰਿਆਦਾ ਦੀ ਜਿਹੜੀ ਇਹ ਸਨਸਨੀ ਜਿਹੜਾ ਹੈ ਨਾ ਪੱਖ ਇਹਨਾਂ ਨੇ ਲਿੱਤਾ ਹੋਇਆ, ਕਿ ਜਿੱਥੇ ਲੋਕਾਂ ਨੂੰ ਐਕਚੁਅਲੀ ਡਰਾਉਣਾ ਇੱਕ ਪੱਖ ਪੇਸ਼ ਕਰ ਰਹੇ ਨੇ, ਤੇ ਇਹ ਸਿੱਖੀ ਦੇ ਫੈਲਾਅ ਦੇ ਵਿੱਚ ਤਾਂ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਤੁਹਾਨੂੰ ਇਹ ਲੱਗਦਾ ਕਿ ਐਸਜੀਪੀਸੀ ਜਿਹੜੀ ਇੱਕ ਧਾਰਮਿਕ ਸੰਸਥਾ ਹੈ, ਇਹਨਾਂ ਦਾ ਮੇਨ ਪਰਪਸ ਹੈ ਕਿ ਸਿੱਖੀ ਦਾ ਪ੍ਰਸਾਰ ਕੀਤਾ ਜਾਏ, ਤੇ ਉੱਥੇ ਇੱਕ ਪਾਸੇ ਇਹ ਸਾਰੀਆਂ ਚੀਜ਼ਾਂ ਕਰਕੇ ਬੀੜਾਂ ਰੋਕ ਗਏ, ਕਿਤੇ ਨਾ ਕਿਤੇ ਇਹ ਸਿੱਖਾਂ ਨੂੰ ਵਾਂਝੇ ਨਹੀਂ ਕਰ ਰਹੇ ਕਿ ਉਹ ਗੁਰਬਾਣੀ ਤੋਂ ਦੂਰ ਹੋ ਜਾਣ? ਜਾਂ ਬਿਲਕੁਲ, ਮੈਂ ਤੁਹਾਨੂੰ ਕਹਿ ਰਿਹਾ ਕਿ ਜਿਹੜਾ ਬੰਦਾ ਹੁਣ ਕਹਿੰਦਾ ਕਿ ਜੀ ਮੈਂ ਸ਼ਬਦ ਗੁਰੂ ਤੋਂ ਮੈਂ ਗਿਆਨ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਹੈ, ਤੇ ਹੁਣ ਤੁਸੀਂ ਕਹੋਗੇ ਵੀ ਨਹੀਂ, ਤੂੰ ਤਾਂ ਆਪਣੇ ਘਰ ਤੂੰ ਲੈ ਜਾ ਨਹੀਂ ਸਕਦਾ, ਕਿਉਂਕਿ ਜਦ ਤਾਈਂ ਤੂੰ 5 ਸਿੰਘਾਂ ਦਾ ਤੂੰ ਇੰਤਜ਼ਾਮ ਨਹੀਂ ਕਰੇਗਾ, ਤੂੰ ਆਪਣੇ ਹੁਣ ਉਹਦਾ ਖਰਚਾ, ਉਹ ਅਗਲਾ ਕਹੇਗਾ ਜੀ ਮੇਰੇ ਕੋਲ ਤਾਂ ਮੈਂ ਖਰਚਾ ਹੀ ਨਹੀਂ ਦੇ ਸਕਦਾ। ਹੁਣ ਦਿਸ ਫਰੈਂਡ ਆਫ ਮਾਈਂਡ ਫਰੋਮ ਅਮਰੀਕਾ, ਗੁਲਬਰਗ ਸਿੰਘ ਜੀ, ਵੈਨ ਹੀ ਰੋਟ ਹੀ ਸੇਡ, ਉਹਨੇ ਬੜੀ ਵਧੀਆ ਗੱਲ ਲਿਖੀ ਹੈ, ਕਹਿੰਦੇ ਇਸ ਹਿਸਾਬ ਨਾਲ ਤੇ ਕੋਈ ਭਾਈ ਲਾਲੋ ਵਰਗਾ ਤੇ ਕੋਈ ਬੰਦਾ ਆਪਣੇ ਘਰ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਣਗੇ, ਤੇ ਮਲਕ ਭਾਗੋ ਵਰਗਾ ਵੀ ਮੇਰੇ ਖਿਆਲ ਉਹਨੂੰ ਵੀ ਥੋੜਾ ਜਿਹੀ ਔਖ ਹੀ ਹੋਏਗੀ ਕਿ ਵੀ ਮੈਂ 5 ਬੰਦਿਆਂ ਨੂੰ ਮੈਂ ਕਿੱਦਾਂ, ਹਾਊ ਡੂ ਆਈ ਗੈਟ them ਟੂ। ਹੁਣ ਤੁਸੀਂ ਹਿਸਾਬ ਲਾਓ, ਇਹ ਤੇ ਅਮਰੀਕਾ ਦੀ ਗੱਲ ਆਪਾਂ ਕਰ ਰਹੇ ਹਾਂ। ਮੈਂ ਕਿਹਾ ਜਿਹੜੇ ਬਾਕੀ ਦੇ ਸੂਬੇ ਨੇ ਭਾਰਤ ਦੇ ਵਿੱਚ, ਉੱਥੇ ਵੀ ਤੁਸੀਂ ਇਹਦਾ ਮਤਲਬ ਹੁਣ ਇੱਥੋਂ ਜੇਕਰ ਲੈਟ ਸਮਬਡੀ ਵਾਂਟਸ ਟੂ ਟੇਕ ਇਟ ਟੂ ਉੜੀਸਾ, ਕੋਈ ਅਸਾਮ ਲੈ ਜਾਣਾ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੀੜ,
ਹਾਊ ਵਿਲ ਯੂ ਤੁਸੀਂ ਉਹਦਾ ਪ੍ਰੈਕਟੀਕੈਲਿਟੀ ਤੁਸੀਂ ਦੇਖੋ ਨਾ, ਐਂਡ ਇਹਦੇ ਪ੍ਰੈਕਟੀਕੈਲਿਟੀ ਨਾਲ ਦੇਖਣ ਨਾਲ ਤੁਸੀਂ ਇਹ ਦੇਖੋ ਕਿ ਵੀ ਵਾਟ ਆਰ ਯੂ ਅਚੀਵਿੰਗ, ਐਂਡ ਰਿਜ਼ਲਟ ਤੁਸੀਂ ਕੀ ਅਚੀਵ ਕਰ ਰਹੇ ਹੋ। ਯੂ ਆਰ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਸਿੱਖੀ ਦਾ ਜਿਹੜਾ ਫਲਾਹ ਹੈ ਤੁਸੀਂ ਉਹਨੂੰ ਰੋਕਣ ਦਾ ਤੁਸੀਂ ਇੱਕ ਉਹਦੇ ਵਿੱਚ ਇੱਕ ਤੁਸੀਂ ਇੱਕ ਆਪਣਾ ਰੋਲ ਪਲੇ ਕਰ ਰਹੇ ਹੋ। ਬਿਲਕੁਲ ਬਿਲਕੁਲ। ਗੁਰਪ੍ਰੀਤ ਜੀ, ਹੁਣ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਸਿੱਖ, ਉਹ ਚਾਹੁੰਦੇ ਨੇ ਕਿ ਅਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ, ਪਰ ਹੁਣ ਜਿਹੜੇ SGPC ਵੱਲੋਂ ਜਿਹੜਾ ਹੁਣ ਇੱਕ ਉਹਨਾਂ ਨੇ ਹੁਣ ਜਿਹੜਾ ਸਟੈਪ ਲਿਆ, ਉਸ ਨਾਲ ਕਿ ਉੱਥੇ ਬੈਠੇ ਸਿੱਖਾਂ ਤੇ ਹੁਣ ਦਬਾਅ ਨਹੀਂ ਪਏਗਾ, ਉਹ ਸੋਚਣਗੇ ਨਹੀਂ ਕਿ ਅਸੀਂ ਕਿਸ ਤਰ੍ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰੀਏ। ਉਹਨਾਂ ਨੂੰ ਤਾਂ ਮੈਂ ਹਾਲੀ ਬੇਨਤੀ ਕਰਾਂਗਾ ਕਿ ਜਦ ਤਾਈਂ ਅਸੀਂ ਇਸ ਗੱਲ ਦਾ ਦੀ ਪੂਰੀ ਚਰਚਾ ਨਾਲ ਹੱਲ ਨਾ ਕੱਢ ਲਈਏ, ਮੇਰੇ ਹਿਸਾਬ ਨਾਲ ਫਿਲਹਾਲ ਤਾਂ ਜਿਨ੍ਹਾਂ ਨੇ ਬਾਣੀ ਪੜ੍ਹਨੀ ਹੈ ਅੱਜ ਦੀ ਡੇਟ 'ਤੇ, ਤੁਸੀਂ ਤੇ ਯੰਗ ਜਨਰੇਸ਼ਨ ਦੇ ਹੈਗੇ ਤੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਫੋਨਾਂ ਦੇ ਵਿੱਚ, ਆਈਪੈਡ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਡਾਊਨਲੋਡ ਪੂਰਾ ਹੋ ਜਾਂਦਾ ਹੈ। ਤੁਸੀਂ ਆਪਣੀ ਬਾਣੀ ਆਰਾਮ ਨਾਲ ਉੱਥੋਂ ਪੜ੍ਹ ਸਕਦੇ ਹੋ। ਜਿਨ੍ਹਾਂ ਦੇ ਫਿਲਹਾਲ ਤਾਂ ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਬਾਣੀ ਤੋਂ ਨਾ ਟੁੱਟੋ, ਤੁਸੀਂ ਬਾਣੀ ਨਾਲ ਜੁੜੇ ਰਹੋ, ਕਿਉਂਕਿ ਇਹੋ ਜਿਹੇ ਜਿਹੜੇ ਸਟੈਪਸ ਜਿਹੜੇ ਚੱਕੇ ਗਏ ਨੇ ਇਹ ਡੈਫੀਨਿਟਲੀ ਤੁਹਾਨੂੰ ਬਾਣੀ ਨੂੰ ਟੁੱਟਣ ਵਾਲੇ ਪਾਸੇ ਹੀ ਲਿਜਾਂਦੇ ਨੇ। ਜਦੋਂ ਤੁਸੀਂ ਸਮਝ ਸਕਦੇ ਹੋ ਕਿ ਜੀ ਮੈਂ ਆਪਣੇ ਘਰ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰ ਸਕਦਾ, ਤੁਸੀਂ ਗੁਰੂ ਦੀ ਬਾਣੀ ਨਾਲ ਜੁੜੇ ਰਹੋ, ਆਈਪੈਡ ਰਾਹੀਂ, ਆਪਣੇ ਫੋਨਾਂ ਰਾਹੀਂ ਤੁਸੀਂ ਬਾਣੀ ਪੜ੍ਹਦੇ ਰਹੋ। ਬਾਕੀ ਜਿਹੜੀ ਗੱਲ ਹੈਗੀ ਕਿ ਵੀ ਪਿੱਛੇ ਤਾਂ ਮੈਂ ਇਹ ਵੀ ਪੜ੍ਹਿਆ ਸੀਗਾ ਕਿ ਕੁਛ ਮੈਂ ਕਿਹਾ ਸਾਲ ਪੁਰਾਣੀ ਗੱਲ ਹੈਗੀ ਕਿ SGPC ਨੇ ਸੋਚਿਆ ਸੀਗਾ ਕਿ ਵੀ ਉੱਥੇ ਹੀ ਉਹਨਾਂ ਨੇ ਕੋਈ ਪ੍ਰਿੰਟਿੰਗ ਪ੍ਰੈਸਸ ਦਾ ਸੋਚਿਆ ਸੀਗਾ ਕਿ ਜੀ ਅਸੀਂ ਅਮਰੀਕਾ ਦੇ ਵਿੱਚ ਕੋਈ ਉਹਨਾਂ ਨੇ ਡਿਟਰਮਿਨ ਕੀਤੇ ਸੀਗੇ ਕਿ ਵੀ ਉੱਥੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਪ੍ਰਿੰਟਿੰਗ ਕਰਾ ਦੇਣੀ ਹੈ। ਸੋ ਇਹੋ ਜਿਹੇ ਸਟੈਪਸ ਚੱਕਣੇ ਚਾਹੀਦੇ ਨੇ ਵਿਚ ਆਰ ਪ੍ਰੋਗਰੈਸਿਵ ਸਟੈਪਸ, ਕਿ ਵੀ ਕੋਈ ਪ੍ਰੋਬਲਮ ਹੈਗੀ ਤੁਹਾਡੇ ਸਿੱਖਾਂ ਨੂੰ, ਤੁਸੀਂ ਉਹਦਾ ਹੱਲ ਦੇਖੋ, ਤੁਸੀਂ ਉਹਦਾ ਹੱਲ ਲੱਭੋ, ਨਾ ਕਿ ਤੁਸੀਂ ਕਹੋ ਕਿ ਜੀ ਅਸੀਂ ਨਹੀਂ ਜੀ, ਤੁਸੀਂ ਤੇ ਇੱਥੋਂ ਦੀ 5 ਬੰਦੇ ਲੈ ਕੇ ਜਾਓਗੇ ਤਾਂ ਤਾਂ ਹੀ ਤੁਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾ ਸਕਦੇ ਹੋ। ਸੋ ਇਹੋ ਜਿਹੇ ਸਟੈਪਸ ਚੱਕਣੇ ਚਾਹੀਦੇ ਨੇ ਵਿਚ ਆਰ ਪ੍ਰੋਗਰੈਸਿਵ, ਨਾਟ ਰੈਟਰੋਗ੍ਰੇਡ। ਗੁਰਪ੍ਰੀਤ ਜੀ, ਸਾਡੇ ਨਾਲ ਇੱਕ ਕਾਲਰ ਜੁੜੇ ਹੋਏ ਨੇ, ਸੁਣ ਲੈਣੇ ਉਹਨਾਂ ਦਾ ਕੀ ਕਹਿਣਾ ਹੈ। ਹੈਲੋ, ਕੀ ਨਾਂ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਜੋਤ ਸਿੰਘ ਬੋਲਦਾ, ਨੰਦੇੜ, ਮਹਾਰਾਸ਼ਟਰ ਤੋਂ। ਹਾਂਜੀ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਕੀ ਕਹਿਣਾ ਚਾਹੋਗੇ? ਮੈਂ ਜੀ ਪੁੱਛਣਾ ਚਾਹੁੰਦਾ ਇਹਨਾਂ ਗੁਰਪ੍ਰੀਤ ਸਿੰਘ ਜੀ ਨੂੰ ਵੀ ਜਿਵੇਂ ਕਈ ਲੋਕ ਨੇ ਪ੍ਰਕਾਸ਼ ਕਰਾ ਲੈਂਦੇ ਨੇ ਘਰਾਂ ਵਿੱਚ, ਆਪਦੇ ਇੱਥੇ ਲਿਆਉਂਦੇ ਵੀ ਨੇ, ਸਾਡੇ ਇੱਥੇ ਮਹਾਰਾਸ਼ਟਰ ਵਿੱਚ। ਹਾਂਜੀ, ਆਪਾਂ ਨੂੰ ਘਰ 'ਚ ਉਨੀ ਇੱਜ਼ਤ ਨਹੀਂ ਦੇ ਸਕਦੇ ਜਿੰਨੀ ਗੁਰਦੁਆਰੇ 'ਚ ਇੱਜ਼ਤ ਮਿਲਦੀ ਆ। ਠੀਕ ਹੈ ਜੀ, ਤੁਹਾਡਾ ਅਸੀਂ ਸਮਝ ਗਏ। ਇਹਦਾ ਜਵਾਬ ਗੁਰਪ੍ਰੀਤ ਜੀ ਦੇਣਗੇ। ਤੇ ਮੈਂ ਕਹਿਣਾ ਚਾਹੁੰਦਾ ਵੀ ਇਹ SGPC ਨੂੰ ਕਿਉਂ ਨਹੀਂ ਬੇਨਤੀ ਕਰਦੇ ਵੀ ਉਹ ਅਲੱਗ-ਅਲੱਗ ਥਾਂ ਤੇ ਗੁਰਦੁਆਰੇ ਬਣਾਉਣ, ਜਿਹਦੇ ਨਾਲ ਵੀ ਆਪਾਂ ਇੱਜ਼ਤ ਵੀ ਕਰ ਸਕੀਏ ਤੇ ਸਨਮਾਨ ਨਾਲ ਗੁਰੂ ਗ੍ਰੰਥ ਸਾਹਿਬ ਰਹਿਣ, ਤੇ ਲੋਕ ਸ਼ਹਿਰ ਤੇ ਜਾ ਕੇ ਉੱਥੇ ਕਿਉਂ ਨਾ ਸੁਣਨ। ਜੀ ਬਿਲਕੁਲ, ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਹ ਹਰਜੋਤ ਜੀ ਸਨ ਨੰਦੇੜ ਤੋਂ, ਕਹਿ ਰਹੇ ਸਨ ਕਿ ਘਰ ਦੇ ਵਿੱਚ ਉਹਨਾਂ ਦਾ ਮਰਿਆਦਾ ਨਹੀਂ ਹੁੰਦੀ ਬੀੜਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੰਨੀ ਗੁਰਦੁਆਰੇ ਸਾਹਿਬ ਦੇ ਵਿੱਚ ਹੁੰਦੀ ਹੈ, ਤੇ SGPC ਕੋਈ ਇਸ ਪ੍ਰਤੀ ਕਦਮ ਚੁੱਕੇ। ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਤੁਸੀਂ ਨਾ ਬਣੋ ਜੱਜ ਕਿਸੇ ਦਾ ਕਿ ਵੀ ਉਹਨਾਂ ਦੇ ਮਨ ਦੇ ਵਿੱਚ ਤੇ ਉਹਨਾਂ ਦੇ ਹਿਰਦੇ ਵਿੱਚ ਕਿੰਨੀ ਮਰਿਆਦਾ ਹੈ ਸ਼ਬਦ ਗੁਰੂ ਦੇ ਪ੍ਰਤੀ। ਉਹਨਾਂ ਦੇ ਮਨ ਵਿੱਚ ਜਿੱਦਾਂ ਕਹਿੰਦੇ ਨੇ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਏ ਤੇਤੀ, ਕਿ ਜੋ ਜਿਹਨੂੰ ਪਤਾ ਹੈ ਜਿੰਨੀ ਉਹਦੀ ਮਨ ਵਿੱਚ ਸ਼ਰਧਾ ਹੈ, ਮਰਿਆਦਾ ਹੈ, ਉਹਨੂੰ ਉਸ ਹਿਸਾਬ ਨਾਲ ਤੁਰਨ ਦਿਓ, ਉਹਨੂੰ ਅੱਗੇ ਤੁਰਨ ਦਿਓ। ਹੀ ਇਜ਼ ਇਨ ਦ ਵੇ ਟੂ ਸਿੱਖੀ, ਹੀ ਇਜ਼ ਇਨ ਦ ਵੇ ਟੂ ਬਿਕਮਿੰਗ ਅ ਖਾਲਸਾ, ਲੈਟ ਹਿਮ ਸਟਾਰਟ ਔਨ ਦ ਪਾਥ ਆਫ ਇਟ। ਉਹਨੂੰ ਇਹ ਨਾ ਰੋਕ ਕੇ ਰੱਖੋ ਕਿ ਜੀ ਨਹੀਂ ਤੁਸੀਂ ਸਿਰਫ ਗੁਰਦੁਆਰੇ ਸਾਹਿਬ ਹੀ ਜਾਣਾ ਹੈ। ਐਂਡ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਕੋਈ ਬੰਦਾ ਵੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਪ੍ਰਕਾਸ਼ ਕਰਦਾ ਆਪਣੇ ਘਰ ਦੇ ਵਿੱਚ, ਉਹ ਬੇਮਰਿਆਦਾ ਨਹੀਂ ਕਰੇਗਾ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਨਹੀਂ ਕਰੇਗਾ। ਮੈਂ ਮੰਨਣ ਨੂੰ ਤਿਆਰ ਨਹੀਂ ਹੈ ਕਿ ਕੋਈ ਬੰਦਾ ਆਪਣੇ ਘਰ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਦਾ ਉਹਦਾ ਮਤਲਬ ਇਹ ਹੈਗਾ ਕਿ ਵੀ ਅਗਰ ਉਹ ਗੁਰੂ ਗ੍ਰੰਥ ਸਾਹਿਬ ਦੀ ਮਤਲਬ ਬੇਮਰਿਆਦਾ ਹਿਸਾਬ ਨਾਲ ਕਰੇ ਜਾਂ ਨਿਰਾਦਰ ਨਾਲ ਕਰੇਗਾ। ਸੋ ਇਹ ਚੀਜ਼ ਜਿਹੜੀਆਂ ਨੇ ਇਹਨਾਂ ਨੂੰ ਆਪਾਂ ਇਹਨਾਂ ਬ੍ਰੌਡਰ ਪਰਸਪੈਕਟਿਵ ਸੋਚੋ ਕਿ ਤੁਸੀਂ ਸਿੱਖੀ ਦਾ ਫੈਲਾਅ ਕਰਨਾ ਹੈ, ਤੁਸੀਂ ਗੁਰੂ ਦੇ ਸ਼ਬਦ ਦਾ ਫੈਲਾਅ ਕਰਨਾ ਹੈ, ਤੁਸੀਂ ਕਿੱਦਾਂ ਕਰਨਾ ਹੈ। ਹੁਣ ਜਿਵੇਂ ਆਨਲਾਈਨ ਵੀ ਆਪਾਂ ਨੂੰ ਮਿਲ ਜਾਂਦੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਆਨਲਾਈਨ ਮਿਲ ਜਾਂਦੀ ਹੈ, ਫਿਰ ਇਸੇ ਪ੍ਰਤੀ ਵੀ ਜੇ ਬੇਅਦਬੀ ਦੀ ਗੱਲ ਹੁੰਦੀ ਹੈ ਤੇ ਫਿਰ ਇੰਨਾ ਫਿਰ ਕੱਲ ਨੂੰ ਤੁਸੀਂ ਕਹੋਗੇ ਕਿ ਤੁਸੀਂ ਆਪਣੇ ਫੋਨਾਂ ਤੇ ਨਹੀਂ ਤੁਸੀਂ ਸੁਣ ਸਕਦੇ, ਨਹੀਂ ਤੁਸੀਂ ਫੋਨਾਂ ਤੇ ਨਹੀਂ ਪੜ੍ਹ ਸਕਦੇ। ਮੈਂ ਤਾਂ ਕਹਿੰਦਾ ਤੁਸੀਂ ਸਿੱਖੀ ਨੂੰ ਤੁਸੀਂ ਫੈਲਣ ਦਿਓ। ਕਿਉਂ ਤੁਹਾਡਾ ਇਹ ਜਿਹਨੂੰ ਆਪਾਂ ਪੜ੍ਹਦੇ ਹਾਂ ਕਿ ਪਿਓ ਦਾਦੇ ਦਾ ਖੋਲ ਦਿੱਤਾ ਖਜ਼ਾਨਾ, ਤੁਸੀਂ ਆਪਣਾ ਉਹ ਖਜ਼ਾਨਾ ਕਿਉਂ ਆਪਣੇ ਕੋਲ ਸੰਕੋਚ ਕੇ ਰੱਖ ਰਹੇ ਹੋ? ਦੁਨੀਆ ਨੂੰ ਦੱਸੋ ਕਿ ਗੁਰੂ ਦਾ ਸ਼ਬਦ ਕੀ ਹੈ, ਗੁਰੂ ਦਾ ਸੰਦੇਸ਼ ਕੀ ਹੈ, ਗੁਰੂ ਦਾ ਗਿਆਨ ਕੀ ਹੈ। ਇਹ ਜਿਹੜੀ ਚੀਜ਼ਾਂ ਨੇ ਇਹਨੂੰ ਜਦ ਧਿਆਨ ਨਾਲ ਸੋਚੇ ਬੰਦਾ
ਤੇ ਕਦੀ ਵੀ ਇਹ ਜਿਹਾ ਖਿਆਲ ਨਹੀਂ ਆਏਗਾ ਕਿ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਆਪਾਂ ਮਤਲਬ ਬਾਣੀ ਨੂੰ ਆਪਾਂ ਬਿਲਕੁਲ ਹੀ ਆਪਣੇ ਕੋਲ ਹੀ ਰੱਖ ਲਈਏ। ਬਿਲਕੁਲ ਬਿਲਕੁਲ। ਫਿਰ ਇਸੇ ਤਰ੍ਹਾਂ ਤਾਂ ਵਿਦੇਸ਼ਾਂ 'ਚ ਬੈਠੇ ਸਿੱਖਾਂ ਲਈ ਇਹ ਗੁਰਬਾਣੀ ਤੋਂ ਬਹੁਤ ਹੀ ਵਿਦੇਸ਼ਾਂ 'ਚ ਨਹੀਂ, ਹੁਣ ਇਹ ਵੀ ਮੇਰਾ ਵੀਰ ਨੰਦੇੜ ਤੋਂ ਹੈਗੇ, ਇਹ ਵੀ ਮਹਾਰਾਸ਼ਟਰ ਤੋਂ ਹੈਗੇ, ਤੇ ਇਹ ਵੀ ਇਹਨਾਂ ਨੂੰ ਮੈਂ ਪੁੱਛਾਂਗੇ ਵੀ ਅਗਰ ਇਹਨਾਂ ਨੇ ਆਪਣੇ ਘਰ 'ਚ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਾਉਣਾ ਹੈ ਤੇ ਇਹ ਪੰਜ ਸਿੰਘ ਇੱਥੋਂ ਲੈ ਕੇ ਜਾਣਗੇ। ਬਿਲਕੁਲ ਬਿਲਕੁਲ। ਤੇ ਜੇ ਹੁਣ ਆਪਾਂ ਗੱਲ ਕਰੀਏ ਤੇ SGPC ਨੇ ਜਿਹੜੇ ਹੁਣ ਨਿਯਮ ਬਣਾ ਲਏ ਆ ਸਿੱਖ ਭਾਈਚਾਰੇ ਲਈ ਬਹੁਤ ਕਰੜੇ ਕਿ ਤੁਸੀਂ ਇਦਾਂ ਨਹੀਂ ਕਰਨਾ, ਪੰਜ ਸਿੰਘ ਸਾਹਿਬਾਨ ਹੋਣੇ ਚਾਹੀਦੇ ਨੇ, ਕਿ ਇਸ ਤਰ੍ਹਾਂ ਸਿੱਖ ਭਾਈਚਾਰਾ ਸਭ ਤੋਂ ਇਹਨਾਂ ਚੀਜ਼ਾਂ ਤੋਂ ਵਾਂਝਾ ਨਹੀਂ ਹੋ ਰਿਹਾ, ਬਿਲਕੁਲ ਹੀ ਟੁੱਟਦਾ ਜਾ ਰਿਹਾ, ਤੇ ਇਸ ਲਈ ਹੁਣ ਨੈਕਸਟ ਕਦਮ ਕੀ ਚੁੱਕਣਾ ਚਾਹੀਦਾ SGPC ਲਈ? ਕੋਈ ਸੁਝਾਅ ਤੁਸੀਂ ਦੇਣਾ ਚਾਹੋ? ਮੈਂ ਤਾਂ ਇਹੀ ਪਹਿਲਾਂ ਵੀ ਅਰਜ਼ ਕੀਤੀ ਸੀਗੀ ਕਿ ਕੋਈ ਵੀ ਗੁਰੂ ਸਾਹਿਬ ਨੇ ਸਾਨੂੰ, ਲਾਈਕ ਆਈ ਮੈਂਸ਼ਨਡ ਬਿਫੋਰ, ਸਾਨੂੰ ਇੱਕ ਡਾਇਨਾਮਿਕ ਫਿਲਾਸਫੀ ਦਿੱਤੀ ਹੋਈ ਹੈ। ਸਾਡੀ ਸਟੈਟਿਕ ਫਿਲਾਸਫੀ ਨਹੀਂ ਹੈ। ਸਿੱਖੀ ਵੇ ਆਫ ਲਾਈਫ ਇਜ਼ ਡਾਇਨਾਮਿਕ। ਜਦੋਂ ਉਹਨਾਂ ਨੇ ਗੁਰੂ ਗ੍ਰੰਥ ਗੁਰੂ ਪੰਥ ਕਿਹਾ ਸੀਗਾ ਤਾਂ ਉਹਨਾਂ ਨੇ ਕਿਹਾ ਸੀ ਕਿ ਪੰਥ ਫੈਸਲਾ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਜੀ ਦੇ ਹੇਠ ਲੈ ਸਕਦਾ ਹੈ ਟਾਈਮ ਟੂ ਟਾਈਮ। ਅਗਰ ਕੋਈ ਚੀਜ਼ਾਂ ਮਰਿਆਦਾ ਦੇ ਵਿੱਚ ਅਗਰ ਕੋਈ ਬਦਲਣ ਵਾਲੀ ਕੋਈ ਚੀਜ਼ਾਂ ਨੇ ਤੇ ਉਹ ਸਾਰੇ ਸਿੱਖ ਬੈਠ ਕੇ ਸਰਬਤ ਖਾਲਸਾ ਦੇ ਰੂਪ ਦੇ ਵਿੱਚ, ਹੁਣ SGPC ਇਹ ਨਹੀਂ ਕਹਿ ਸਕਦੀ ਕਿਉਂਕਿ ਜੀ ਅਸੀਂ ਜੀ ਹਰਿਆਣਾ ਤੇ ਪੰਜਾਬ ਦੇ ਸਿੱਖਾਂ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਅਸੀਂ ਸਰਬਤ ਖਾਲਸਾ ਨਹੀਂ। ਤੁਸੀਂ ਸਾਰੇ ਸਿੱਖਾਂ ਦੀ ਰਾਏ ਲੈ ਕੇ ਤੁਸੀਂ ਬੈਠ ਕੇ ਤੇ ਜਿਹੜੇ ਫੈਸਲੇ ਕਰਦੇ ਨੇ ਕੌਮ ਦੇ ਜਿਹੜੇ ਹਿੱਤ 'ਚ ਹੋਣਗੇ ਤੁਸੀਂ ਇਕੱਠੇ ਬੈਠ ਕੇ ਫੈਸਲੇ ਕਰੋ ਤਾਂ ਕਿ ਸਾਰੇ ਸਿੱਖ ਜਿਹੜੇ ਨੇ ਉਹਨਾਂ ਦੇ ਉੱਤੇ ਉਹ ਵਚਨਬੱਧ ਹੋ ਜਾਣ। ਬਿਲਕੁਲ ਗੁਰਪ੍ਰੀਤ ਜੀ, ਕਾਲਰ ਹੋਰ ਸਾਡੇ ਨਾਲ ਜੁੜੇ ਹੋਏ ਨੇ। ਹੈਲੋ, ਕੀ ਨਾਂ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਜੀ ਮੈਂ ਰੋਹਿਤ ਪੰਮਾ ਬੋਲ ਰਿਹਾ ਜੀ, ਸ਼ਿਮਲਾ ਤੋਂ। ਹਾਂਜੀ ਰੋਹਿਤ ਜੀ, ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਕੀ ਕਹਿਣਾ ਚਾਹੋਗੇ? ਮੈਂ ਵੀਰ ਜੀ ਉਹਨਾਂ ਦੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ। ਕੋਈ ਵੀ ਬੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਕਰ ਸਕਦਾ, ਭਾਵੇਂ ਉਹ ਆਪਣੇ ਘਰ 'ਚ ਪ੍ਰਕਾਸ਼ ਕਰੇ ਲਿਆ ਕੇ ਜੀ, ਕਿਉਂਕਿ ਅਦਬ ਕਰਦਾ ਹੈ। ਜੇ ਕੋਈ ਆਪਣੇ ਘਰ ਗੁਰੂ ਸਾਹਿਬ ਦਾ ਸਰੂਪ ਲੈ ਕੇ ਆਉਂਦਾ ਹੈ ਤਾਂ ਉਹ ਬੜੇ ਅਦਬ ਦੇ ਵਾਸਤੇ ਲੈ ਕੇ ਆਉਂਦਾ ਹੈ। ਉਹਨੇ ਦਿਨ ਘਰ ਦੇ ਵਿੱਚ ਤੁਸੀਂ ਯਕੀਨ ਨਹੀਂ ਮੰਨੋਗੇ, ਘਰ ਵਿੱਚ ਰੋਟੀ ਨਹੀਂ ਬਣਦੀ, ਲੰਗਰ ਬਣਦਾ, ਕਿਉਂਕਿ ਪਹਿਲਾਂ ਗੁਰੂ ਨੂੰ ਭੋਗ ਲੱਗੇਗਾ, ਫਿਰ ਸਾਰੀ ਸੰਗਤ ਖਾਏਗੀ ਤੇ ਉਹ ਲੰਗਰ ਬਣਦਾ। ਗੁਰੂ ਦੀ ਕੋਈ ਉੱਚਾ ਨੀਵਾਂ ਘਰ 'ਚ ਕੰਮ ਨਹੀਂ ਹੁੰਦਾ, ਪੂਰੀ ਪਵਿੱਤਰਤਾ ਬਣਾ ਕੇ ਘਰ ਦੀ ਰੱਖਦੇ ਆ। ਇਸ ਲਈ ਕੋਈ ਇਹਨੂੰ ਬੰਦ ਨਹੀਂ ਪਾਉਣਾ ਚਾਹੀਦਾ ਕਿ ਘਰ ਲੈ ਕੇ ਜਾਣੇ ਕਿ ਨਹੀਂ ਲੈ ਕੇ ਜਾਣੇ ਸਰੂਪ, ਕਿਉਂਕਿ ਜੋ ਵੀ ਕੋਈ ਲੈ ਕੇ ਜਾਂਦਾ, ਮੈਂ ਇਹਨਾਂ ਨਾਲ ਸਹਿਮਤ ਹੈ, 100% ਸਹਿਮਤ ਹੈ ਕਿ ਗੁਰੂ ਸਾਹਿਬ ਦੀ ਸਵਾਰੀ ਜਦੋਂ ਵੀ ਘਰ ਆਉਂਦੀ ਹੈ ਪੂਰੀ ਅਦਬ ਦੇ ਨਾਲ ਆਉਂਦੀ ਹੈ, ਕੋਈ ਬੇਅਦਬੀ ਨਹੀਂ ਕਰਦਾ। ਅਸੀਂ ਤਾਂ ਹਿਮਾਚਲ 'ਚ ਰਹਿੰਦੇ ਹਾਂ, ਹਿਮਾਚਲ ਦੇ ਵਿੱਚ ਵੀ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਬਹੁਤਾ ਨਹੀਂ ਪਤਾ, ਲੇਕਿਨ ਗੁਰਦੁਆਰੇ ਮੂਹਰੇ ਜਦ ਵੀ ਜਾਂਦੇ ਆ ਸਿਰ ਢੱਕ ਕੇ ਮੱਥਾ ਟੇਕ ਕੇ ਜਾਂਦੇ ਆ। ਅੰਦਰ ਪਤਾ ਨਹੀਂ ਉਹਨਾਂ ਨੂੰ ਕੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ ਕਿ ਕੀ ਚੀਜ਼ ਹੈ, ਲੇਕਿਨ ਅਦਬ ਬਹੁਤ ਕਰਦੇ ਆ। ਇਸ ਲਈ ਸਾਨੂੰ ਛੋਟੇ ਛੋਟੇ ਬੰਧਨਾਂ 'ਚ ਨਹੀਂ ਪਾਉਣਾ ਚਾਹੀਦਾ। ਗੁਰੂ ਸਾਹਿਬ ਨੇ ਤਾਂ ਪਹਿਲਾਂ ਕਿਹਾ, ਮੇਰਾ ਉਪਦੇਸ਼ 4 ਵਰਣੋਂ ਕੋ ਸਾਂਝਾ, ਤੇ ਸਾਰਿਆਂ ਵਾਸਤੇ ਸਾਂਝੀ ਵਾਲਤਾ ਦਾ ਉਪਦੇਸ਼ ਹੈ, ਸਭ ਨੂੰ ਜਾਣਾ ਚਾਹੀਦਾ। ਮੈਂ ਭਾਈ ਸਾਹਿਬ ਦੇ ਨਾਲ 100% ਸਹਿਮਤ ਹੈ ਕਿ ਸਭ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਤਿਕਾਰ ਕਰਨ ਦਾ ਪੂਰਾ ਉਹਨਾਂ ਦਾ ਅਧਿਕਾਰ ਹੈਗਾ। ਜੀ ਰੋਹਿਤ ਜੀ, ਤੁਹਾਡਾ ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇਹਨਾਂ ਨੇ ਬਹੁਤ ਵਧੀਆ ਗੱਲ ਕਹੀ ਹੈ ਕਿ ਬੇਅਦਬੀ ਕੋਈ ਨਹੀਂ ਕਰਦਾ ਘਰ ਦੇ ਵਿੱਚ। ਮੈਂ ਇਹਨਾਂ ਦੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਬਾਕੀ ਵੀਰ ਜੀ ਨੇ ਮੇਰੇ ਖਿਆਲ ਸਿੱਖ ਧਰਮ ਨਾਲ ਜੁੜੇ ਵੀ ਹੋਏ ਨੇ ਤੇ ਆਪਣੇ ਹਿੰਦੂ ਧਰਮ ਨਾਲ ਵੀ ਹੈਗੇ। ਮੈਂ ਇਹਨਾਂ ਨੂੰ ਇੱਕ ਬੇਨਤੀ ਕਰਾਂਗਾ ਕਿ ਅਸੀਂ ਭੋਗ ਨਹੀਂ ਲਵਾਉਂਦੇ, ਅਸੀਂ ਪ੍ਰਵਾਨਗੀ ਕਰਦੇ ਹਾਂ ਗੁਰੂ ਦੇ ਸਾਹਮਣੇ। ਇਹ ਜਸਟ ਐਜ਼ ਮਾਈ ਪਰਸਨਲ ਅਗਰ ਸੁਣਦੇ ਹੋਣਗੇ ਤੇ ਮੈਂ ਪਰਸਨਲ ਉਹਨਾਂ ਨੂੰ ਇੱਕ ਗੱਲ ਕਹਾਂਗਾ ਕਿ ਜੀ ਅਸੀਂ ਜਿਹੜਾ ਵੀ ਹੈਗਾ ਅਸੀਂ ਦੇਗ ਦੀ ਪ੍ਰਵਾਨਗੀ ਲੈਂਦੇ ਹਾਂ, ਅਸੀਂ ਭੋਗ ਨਹੀਂ ਲਵਾਉਂਦੇ। ਬਟ ਦੈਟ ਡਜ਼ਨਟ ਮੈਟਰ, ਦੈਟ ਇਜ਼ ਇਨ ਹਿਜ਼ ਫਿਲਾਸਫੀ। ਭੋਗ ਲਵਾਉਂਦੇ ਨੇ ਵਿਚ ਇਜ਼ ਐਕਸੈਪਟੇਬਲ, ਨਾਟ ਅ ਪ੍ਰੋਬਲਮ। ਹੁਣ ਜਿਵੇਂ ਇਹ ਵੀ ਗੱਲ ਕਹਿ ਰਹੇ ਸੀ ਕਿ ਜੋ ਵੀ ਜਾਂਦਾ ਹੈ ਮੱਥਾ ਟੇਕਦਾ ਹੈ, ਸਿਰ ਢੱਕ ਕੇ ਜਾਂਦਾ ਹੈ, ਤੇ ਕਿਤੇ ਨਾ ਕਿਤੇ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸਰੂਪ ਹੈ ਉਹਨੂੰ ਦੇ ਰੂਪ ਦੇ ਵਿੱਚ ਨਹੀਂ ਲੋਕਾਂ ਨੇ ਧਾਰ ਲਿਆ ਅੱਜ ਕੱਲ੍ਹ। ਇਹ ਪਿਛਲੇ ਜੀ ਇਸ ਸਾਲ ਤੋਂ ਪਹਿਲਾਂ ਅਰਲੀ ਦਿਸ ਈਅਰ ਇੱਕ ਆਰਟੀਕਲ ਨਿਕਲਿਆ ਸੀਗਾ। ਪਹਿਲਾਂ ਜਿਹੜਾ ਅਸੀਂ ਜਿਹੜਾ ਪੜ੍ਹਦੇ ਹਾਂ ਨਾ ਜੀ ਅਰਦਾਸ ਦੇ ਮਗਰੋਂ, ਜਿਹੜਾ ਭਾਈ ਪ੍ਰਹਲਾਦ ਸਿੰਘ ਹੋਰਾਂ ਦਾ ਸੀਗਾ, ਉਹਦੇ ਵਿੱਚ ਇਹ ਸੀਗਾ ਕਿ ਜੀ ਪੰਥ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇ। ਖਾਲਸਾ ਜਿਹੜਾ ਹੈਗਾ, ਦਿਸ ਇਜ਼ ਦੀ ਡੇ ਆਫ ਦ ਗੁਰੂ ਜਿਹੜਾ। ਬਟ ਉਹ ਗਿਆਨੀ ਗਿਆਨ ਸਿੰਘ ਹੋਰਾਂ ਨੇ ਉਹ ਡਿਊਰਿੰਗ ਦ ਗੁਰਦੁਆਰਾ ਰਿਫਾਰਮ ਮੂਵਮੈਂਟ ਉਹਨਾਂ ਨੇ ਚੇਂਜ ਕਰਕੇ ਕਰਤਾ ਕਿ ਜੀ ਪ੍ਰਗਟ ਗੁਰਾਂ ਕੀ ਉਹਨਾਂ ਕਹਿੰਦੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਗੁਰੂ ਗ੍ਰੰਥ ਜੀ ਨੂੰ ਉਹਨਾਂ ਨੇ ਗੁਰੂਆਂ ਦੀ ਦੇ ਮੰਨ ਲਿਆ। ਮੈਂ ਗਿਆ ਸੀਗਾ ਟੂ ਦੀ ਸਿੱਖ ਰੈਫਰੈਂਸ ਲਾਇਬ੍ਰੇਰੀ ਪਿੱਛੇ, ਵੀ ਵਰ ਡੂਇੰਗ ਅ ਲਿਟਲ ਸਟੱਡੀ ਔਨ 84 ਕਿ ਜਦੋਂ ਲਾਇਬ੍ਰੇਰੀ ਦੇ ਜਿਹੜੇ ਕਾਗਜ਼ਾਤ ਗੁਆਚੇ ਨੇ, ਬਾਕੀ ਪੁਰਾਤਨ ਬੀੜਾਂ ਵੀ ਜਿਹੜੀ ਨਹੀਂ ਸਾਨੂੰ ਲੱਭ ਰਹੀਆਂ ਸੀਗੀਆਂ, ਤੇ ਉੱਥੇ ਸਾਰੇ ਕਾਗਜ਼ ਜਿਹੜੇ ਸੀਗੇ ਪੁਰਾਣੇ ਟਾਈਮ ਦੇ ਵਿੱਚ ਅਸੀਂ ਉੱਥੇ ਸਾਰਾ ਕੁਝ ਲਿਖਿਆ ਹੁੰਦਾ ਸੀਗਾ, ਪੰਨਾ ਨੰਬਰ 100 ਪੰਨਾ ਤੋਂ ਹੋ ਕੇ ਅੰਕ ਤੇ ਆ ਗਿਆ, ਅੰਕ ਤੋਂ ਹੋ ਕੇ ਅੱਜ ਕੱਲ੍ਹ ਸਾਰੇ ਲੋਕੀ ਅੰਗ ਕਹਿਣਾ ਸ਼ੁਰੂ ਕਰ ਗਏ ਨੇ। ਹੁਣ ਦੇ ਉੱਤੇ ਆ ਗਏ ਆ। ਦੇ ਨਾਲ ਕੀ ਹੋਇਆ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੀ
ਅਸੀਂ ਮਤਲਬ ਤੁਸੀਂ ਉਹ ਕਹਿਣਾ ਸ਼ੁਰੂ ਕਰ ਗਏ ਨੇ ਕਿ ਜੀ ਹੁਣ ਗਰਮੀ ਆ ਗਈ ਹੈ ਜੀ ਤੇ ਹੁਣ 에ਅਰ ਕੰਡੀਸ਼ਨ ਕਮਰੇ 'ਚ ਤੁਸੀਂ 에ਅਰ ਕੰਡੀਸ਼ਨ ਲਗਾਓ, ਸਰਦੀਆਂ ਦੇ ਵਿੱਚ ਤੁਸੀਂ ਰਜ਼ਾਈਆਂ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਦਿਓ। ਸੋ ਜਿਹੜਾ ਸ਼ਬਦ ਗੁਰੂ ਹੈ ਉਸ ਕਨਸੈਪਟ ਤੋਂ ਸਿੱਖ ਪਰਾਂ ਹੀ ਜਾ ਰਿਹਾ ਹੈ। ਸਿਰਫ ਲਾਈਕ ਆਈ ਟੋਲਡ ਯੂ ਇਹ ਕਰਮ ਕਾਂਡਾਂ ਚੀਜ਼ਾਂ ਦੇ ਉੱਤੇ ਰਹਿ ਗਿਆ। ਹਾਲ ਵਿੱਚ ਹੀ ਮੈਂ ਸੁਣਿਆ ਸੀਗਾ ਕਿ ਗੁਰਦੁਆਰਾ ਸਾਹਿਬ ਇਨ ਲੰਡਨ ਹੈਜ਼ ਪ੍ਰਪੋਜ਼ਡ ਕਿ ਗੁਰੂ ਗ੍ਰੰਥ ਸਾਹਿਬ ਦੀ ਦਾ ਸਰੂਪ ਉਹਨਾਂ ਨੇ ਉਹ ਜਿਹੜਾ ਕਾਗਜ਼ ਹੁੰਦਾ ਜਿਹੜਾ ਕਿ ਉਹ ਗਲਦਾ ਨਹੀਂ ਹੈ, ਲਾਈਕ ਯੋਰ ਕ੍ਰੈਡਿਟ ਕਾਰਡਸ, ਉਹਦੇ ਤੇ ਛਪਾਣਾ ਹੈ ਤਾਂ ਕਿ ਜੀ ਰੋਜ਼ ਅਸੀਂ ਇਸ਼ਨਾਨ ਕਰਾ ਦਈਏ। ਨਾ ਲੁੱਕ ਐਟ ਦੀ ਅਸੀਂ ਕਿੰਨਾ ਕੁ ਸਿੱਖੀ ਤੋਂ ਜਿਹੜੀ ਸਾਨੂੰ ਚੀਜ਼ ਗੁਰੂ ਨੇ ਦੱਸੀ ਸੀਗੀ ਅਸੀਂ ਕਿੰਨਾ ਕੁ ਦੂਰ ਹੋ ਗਏ ਫਰੋਮ ਦੀ ਐਸੈਂਸ ਆਫ ਸਿੱਖਿਜ਼ਮ। ਸੋ ਇਹ ਜਿਹੜੀ ਚੀਜ਼ ਹੈ ਨਾ ਇਹ ਅਸੀਂ ਅਨਫੋਰਚੂਨੇਟਲੀ ਗੁਰੂਆਂ ਦੀ ਫੋਟੋਆਂ ਬਣਨੀਆਂ ਸ਼ੁਰੂ ਹੋ ਗਈਆਂ ਨੇ, ਉਹਨਾਂ ਤੇ ਹਾਰ ਚੜ੍ਹਨੇ ਸ਼ੁਰੂ ਹੋ ਗਏ ਨੇ, ਚਾਈਨਾ ਤੋਂ ਗੁਰੂਆਂ ਦੀ ਮੂਰਤੀਆਂ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ। ਅਸੀਂ ਸ਼ਬਦ ਗੁਰੂ ਤੋਂ ਬਿਲਕੁਲ ਹੀ ਮਤਲਬ ਪਰਾਂ ਚਲੇ ਗਏ ਤੇ ਗੁਰੂ ਗਿਆਨ ਹੈ, ਗੁਰੂ ਇਜ਼ ਸ਼ਬਦ, ਗੁਰੂ ਇਜ਼ ਦਾ ਸਰਮਨ, ਗੁਰੂ ਇਜ਼ ਦਾ ਨੌਲੇਜ। ਉਹ ਚੀਜ਼ ਤੁਸੀਂ ਫੈਲਾਓ, ਨਾ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਤੁਸੀਂ ਆਪਣਾ ਟਾਈਮ ਵੇਸਟ ਕਰੋ ਮੇਰੇ ਹਿਸਾਬ ਨਾਲ। ਬਿਲਕੁਲ ਗੁਰਪ੍ਰੀਤ ਜੀ, ਇੱਕ ਹੋਰ ਕਾਲਰ ਸਾਡੇ ਨਾਲ ਜੁੜੇ ਹੋਏ ਨੇ। ਹੈਲੋ, ਕੀ ਨਾਂ ਹੈ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹਾਂਜੀ, ਅਸੀਂ ਸਾਰ ਹਰਿਆਣਾ ਤੋਂ ਬੋਲ ਰਹੇ ਹਾਂ ਜੀ। ਰਣਜੀਤ ਕੌਰ ਮੇਰਾ ਨਾਮ ਹੈ ਜੀ। ਹਾਂਜੀ ਰਣਜੀਤ ਕੌਰ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਡੇ ਐਂਡ ਨਾਈਟ ਨਿਊਜ਼ ਤੇ। ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ ਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਜੀ, ਭਾਈ ਸਾਹਿਬ ਜੀ ਗੱਲ ਵੀ ਠੀਕ ਹੈ ਤੇ ਸਾਹਿਬਾਨਾਂ ਦੀ ਗੱਲ ਵੀ ਠੀਕ ਹੈ, ਪਰ ਅਸੀਂ ਇਹ ਵਿਚਾਰ ਰੱਖਦੇ ਹਾਂ ਕਿ ਇੱਕ ਨਰਸਰੀ ਦੇ ਬੱਚੇ ਨੂੰ ਅਗਰ ਕਿਤਾਬ ਦੇ ਦਿੱਤੀ ਜਾਏ ਕਾਲਜ ਦੀ, ਕੀ ਉਹਦੀ ਕਦਰ ਕਰ ਸਕੇਗਾ? ਜੀ ਰਣਜੀਤ ਜੀ, ਤੁਹਾਡਾ ਬਹੁਤ-ਬਹੁਤ ਧੰਨਵਾਦ ਕਾਲ ਕਰਨ ਲਈ। ਭੈਣ ਜੀ, ਮੈਂ ਤਾਂ ਇਹ ਕਹਾਂਗਾ ਕਿ ਤੁਸੀਂ ਅਗਰ ਹਾਲੀ ਆਪਣੇ ਆਪ ਨੂੰ ਨਰਸਰੀ ਦਾ ਹੀ ਸਮਝਦੇ ਹੋ ਤੇ ਤੁਸੀਂ ਨਰਸਰੀ ਦੀ ਕਿਤਾਬਾਂ ਹੀ ਲਓ, ਬਟ ਮੈਂ ਕਹਿ ਰਿਹਾ ਕਿ ਜਿਹੜੇ ਬੰਦੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਆਪਣੇ ਘਰ ਦੇ ਵਿੱਚ ਜਿਨ੍ਹਾਂ ਨੇ ਮਨ ਬਣਾ ਲਿਆ ਕਿ ਉਹਨਾਂ ਨੇ ਉੱਥੇ ਕਰਨਾ ਹੈ, ਤੇ ਉਹਨਾਂ ਨੂੰ ਤੁਸੀਂ ਅਗਰ ਨਰਸਰੀ ਦੇ ਬੱਚੇ ਵੀ ਸਮਝਦੇ ਹੋ ਤੇ ਉਹਨਾਂ ਨੂੰ ਇਹ ਮਤ ਸਮਝੋ ਕਿ ਉਹਨਾਂ ਨੇ ਉੱਥੇ ਜਾ ਕੇ ਤੇ ਉਹਨਾਂ ਨੇ ਇਹਦਾ ਪੂਰਾ ਸਤਿਕਾਰ ਨਹੀਂ ਕਰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਸੋ ਡੋਂਟ ਥਿੰਕ ਕਿ ਨਰਸਰੀ ਇਹ ਜਿਹੜੀ ਤੁਹਾਡੀ ਇੱਕ ਯੂ ਹੈਵ ਗਿਵਨ ਐਗਜ਼ਾਮਪਲ, ਮੇਰੇ ਹਿਸਾਬ ਨਾਲ ਵਾਹਿਦ ਐਗਜ਼ਾਮਪਲ ਨਹੀਂ ਹੈ ਕਿ ਵੀ ਤੁਸੀਂ ਕਿਤਾਬ ਇੱਕ ਵੱਡੀ ਕਿਤਾਬ ਤੁਸੀਂ ਇੱਕ ਨਰਸਰੀ ਦੇ ਬੱਚੇ ਨੂੰ ਫੜਾ ਦਿਓ। ਮੇਰੇ ਹਿਸਾਬ ਨਾਲ ਜਿਹੜਾ ਵੀ ਬੰਦਾ ਸ਼ੁਰੂਆਤ ਕਰਦਾ ਹੈ ਉਹ ਬਾਣੀ ਦੇ ਸ਼ੁਰੂਆਤ ਤੋਂ ਹੀ ਕਰਦਾ ਹੈ। ਹੀ ਸਟਾਰਟਸ ਵਿਦ ਇੱਕ ਓੰਕਾਰ, ਉੱਥੋਂ ਹੀ ਸ਼ੁਰੂ ਕਰਨ ਦਿਓ ਐਂਡ ਦੈਨ ਹੀ ਗੋਜ਼ ਫਾਰਵਰਡ ਔਰ ਸ਼ੀ ਗੋਜ਼ ਫਾਰਵਰਡ। ਗੁਰਪ੍ਰੀਤ ਜੀ, ਇੱਕ ਆਖਰੀ ਸਵਾਲ ਕਿ ਤੁਸੀਂ ਕੇਂਦਰੀ ਸ਼੍ਰੀ ਗੁਰੂ ਸਿੰਘ ਸਭਾ ਨਾਲ ਜੁੜੇ ਹੋਏ ਹੋ ਤੇ ਤੁਹਾਡੀ ਸੰਸਥਾ ਵੱਲੋਂ ਹੁਣ ਕੀ ਕਦਮ ਚੁੱਕੇ ਜਾ ਰਹੇ ਨੇ ਇਸ ਵੇਲੇ? ਅਸੀਂ ਤਾਂ ਜੀ ਪਹਿਲਾਂ ਵੀ ਬਥੇਰੀਆਂ ਚਿੱਠੀਆਂ ਲਿਖੀਆਂ ਨੇ ਗਿਆਨੀ ਗੁਰਬਚਨ ਸਿੰਘ ਹੋਰਾਂ ਨੂੰ, ਅਕਾਲ ਤਖਤ ਦੇ ਜਿਹੜੇ ਮੁੱਖ ਸੇਵਾਦਾਰ ਨੇ ਇਸ ਟਾਈਮ, ਤੇ ਟਾਈਮ ਤੇ ਲਿਖਦੇ ਰਹਿੰਦੇ ਆ। ਅਨਫੋਰਚੂਨੇਟਲੀ ਕੋਈ ਰਿਸਪੌਂਸ ਨਹੀਂ ਆਉਂਦਾ। ਸੋ ਸਾਡੀ ਵਰਗੀ ਜਿਹੜੀ ਸੰਸਥਾਵਾਂ ਨੇ, ਅਸੀਂ ਨਿਰਾਸ਼ ਨਹੀਂ ਹੁੰਦੇ ਕਿਉਂਕਿ ਵੀ ਆਰ ਵਰਕਿੰਗ ਵਿਦ ਅਦਰਸ ਹੂ ਆਰ ਜਿਹੜੇ ਸਾਡੇ ਹਮ ਖਿਆਲ ਨੇ, ਜਿਹੜੇ ਕਿ ਸਿਰਫ ਨਿਰੋਲ ਸਿੱਖੀ ਬਾਰੇ ਸੋਚਦੇ ਨੇ ਐਂਡ ਸਿਰਫ ਸਿੱਖੀ ਦੇ ਫੈਲਾਅ ਬਾਰੇ ਸੋਚਦੇ ਨੇ। ਅਸੀਂ ਉਹਨਾਂ ਨਾਲ ਜੁੜ ਕੇ ਅਸੀਂ ਆਪਣੇ ਕਦਮ ਚੱਕੀ ਜਾ ਰਹੇ ਹਾਂ। ਵੀ ਆਰ ਆਲਸੋ ਪ੍ਰਪੋਜ਼ਿੰਗ ਟੂ ਇਨਵੋਲਵ a larger Sikh gathering where we will discuss all these things, because ਅਸੀਂ ਤਾਂ ਚਿੱਠੀਆਂ ਲਿਖ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਸੇਵਾਦਾਰਾਂ ਨੂੰ ਲਿਖ ਕੇ ਅਸੀਂ ਥੱਕ ਗਏ ਹਾਂ। ਉੱਥੋਂ ਕੋਈ ਰਿਸਪੌਂਸ ਨਹੀਂ ਆਉਂਦਾ। ਉੱਥੇ ਵੀ ਪੋਲਿਟਿਕਸ ਚੱਲਦੀ ਹੈ ਕਿਉਂਕਿ ਉਹ ਸਮਝਦੇ ਨੇ ਕਿ ਵੀ ਆਪਾਂ ਇੱਕ ਧਿਰ ਨੂੰ ਨਾ ਨਾਰਾਜ਼ ਕਰੀਏ, ਦੂਜੀ ਨੂੰ ਨਾ ਕਰੀਏ, ਅਸੀਂ ਰਹਿਣ ਦਈਏ। ਸੋ ਦੇ ਆਰ ਨਾਟ ਏਬਲ ਟੂ ਟੇਕ ਡਿਸੀਸ਼ਨਸ। ਉਹ ਇਨਡਿਸੀਸ਼ਨ ਨਾਲ ਹੀ ਇਹ ਸਾਰਾ ਕੌਮ ਦਾ ਜਿਹੜਾ ਅਸੀਂ ਅੱਜ ਵੀ ਫਾਈਂਡ ਆਰਸੈਲਵ ਜਿੱਥੇ ਅਸੀਂ ਪਹੁੰਚੇ ਹੋਏ ਹਾਂ, ਇਹ ਸਿਰਫ ਇਸ ਕਾਰਨ ਹੀ ਹੈ ਕਿ ਪੋਲਿਟਿਕਸ ਸਾਡੀ ਧਾਰਮਿਕ ਸੰਸਥਾਵਾਂ ਉੱਤੇ ਹਾਵੀ ਹੋ ਗਈ ਹੈ। ਜੀ ਬਿਲਕੁਲ ਗੁਰਪ੍ਰੀਤ ਜੀ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਈ, ਤੁਹਾਡਾ ਬਹੁਤ-ਬਹੁਤ ਧੰਨਵਾਦ। ਹੁਣ ਸਮਾਂ ਬਹੁਤ ਘੱਟ ਰਹਿ ਗਿਆ, ਇਸ ਕਰਕੇ ਸਾਨੂੰ ਇਹ ਚਰਚਾ ਇੱਥੇ ਖਤਮ ਕਰਨੀ ਪਏਗੀ। ਜੀ ਬਿਲਕੁਲ। ਦਰਸ਼ਕਾਂ ਨੂੰ ਅਸੀਂ ਕਹਿਣਾ ਚਾਹਾਂਗੇ ਕਿ ਜੇ ਤੁਹਾਨੂੰ ਅੱਜ ਦਾ ਇਹ ਸਾਡਾ ਸ਼ੋਅ ਪਸੰਦ ਆਇਆ ਤਾਂ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ editor@dayandnightnews.com ਤੇ। ਕੱਲ ਫਿਰ ਇੱਕ ਨਵੇਂ ਮੁੱਦੇ ਨਾਲ ਹਾਜ਼ਰ ਹੋਵਾਂਗੇ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ YouTube ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।